ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਭ ਹਿਨ ਕੇ ਉਰ ਧੀਰਜ ਹਾਰੀ। ਉਸ ਵਕਤ ਵੱਡੇ ਵੱਡੇ ਜਰਨੈਲਾਂ, ਵੱਡੇ ਵੱਡੇ ਸੂਰਮਿਆਂ ਦੇ ਮਨ ਦੇ ਵਿੱਚੋਂ ਧੀਰਜ ਬਿਲਕੁਲ ਨਾਸ ਹੋ ਗਈ ਹੈ। ਤਿਨ ਪਰ ਚਲਤ ਨਾ ਕੋ ਉਪਚਾਰੀ। ਵਾਰ ਵਾਰ ਮਹਾਰਾਜੇ ਅੱਗੇ ਬੇਨਤੀਆਂ ਕਰਦੇ ਨੇ, ਹੱਥ ਜੋੜਦੇ ਨੇ, ਸੱਚੇ ਪਾਤਸ਼ਾਹ ਵੀ ਇਹਨਾਂ ਦੇ ਉੱਪਰ ਸਾਡਾ ਕੋਈ ਵੀ ਜ਼ੋਰ ਬਲ ਨਹੀਂ ਚੱਲਦਾ ਹੈ। ਤੋਪ ਤੁਪਕ ਜੰਜੈਲ ਚਲਾਵੇ। ਅਸੀਂ ਤਾਂ ਆਪਣੇ ਵੱਲੋਂ ਵੱਡੀਆਂ ਵੱਡੀਆਂ ਅੱਧੀਆਂ ਪੌਣੀਆਂ ਤੋਪਾਂ ਦੇ ਵਿੱਚੋਂ ਬੜੇ ਗੋਲੇ ਵੀ ਇਹਨਾਂ ਦੇ ਵੱਲ ਚਲਾਏ ਸਨ। ਉਲਟ ਆਏ ਹਮਰੇ ਭਟਕ ਘਾਵੇ। ਉਲਟਾ ਉਹਨਾਂ ਗੋਲਿਆਂ ਦੇ ਨਾਲ ਸਾਡੇ ਜਿਹੜੇ ਯੋਧੇ ਸੂਰਮੇ ਉਹਨਾਂ ਦਾ ਬੜਾ ਨੁਕਸਾਨ ਹੋ ਚੁੱਕਿਆ। ਹੈਰਾਨ ਹੋ ਗਏ ਵੀ ਤੋਪ ਦੇ ਵਿੱਚੋਂ ਚਲਾਏ ਹੋਏ ਗੋਲੇ ਪਿੱਛੇ ਪਤਾ ਨਹੀਂ ਕਿਵੇਂ ਮੁੜ ਕਰਕੇ ਆ ਗਏ ਹਨ। ਬ੍ਰਿਛ ਉਡਾਵਤ ਭੀਤ ਭਜਾਵੇ। ਇਹ ਜਿਹੜੀਆਂ ਇਸਤਰੀਆਂ ਵੱਡੀਆਂ ਵੱਡੀਆਂ ਕੰਧਾਂ ਦਰਖਤਾਂ ਨੂੰ ਆਕਾਸ਼ ਦੇ ਵਿੱਚ ਭਜਾਈ ਫਿਰਦੀਆਂ ਸਨ। ਮੁਖ ਤੇ ਅਗਨ ਲਾਟ ਨਿਕਸਾਵੇ। ਕਈਆਂ ਦੇ ਮੂੰਹ ਦੇ ਵਿੱਚੋਂ ਅਸੀਂ ਤਾਂ ਵੱਡੀਆਂ ਵੱਡੀਆਂ ਅਗਨੀ ਦੀਆਂ ਜਿਹੜੀਆਂ ਲਾਟਾਂ ਵੀ ਨਿਕਲਦੀਆਂ ਹੋਈਆਂ ਸਾਹਮਣੇ ਦੇਖ ਲਈਆਂ ਹਨ। ਗਹੀ ਨਾ ਜਾਏ ਨਿਕਟ ਨਹਿ ਆਵੇ। ਸੱਚੇ ਪਾਤਸ਼ਾਹ ਵੀ ਉਹਨਾਂ ਦੇ ਵਿੱਚੋਂ ਨਾ ਤਾਂ ਕੋਈ ਸਾਥੋਂ ਫੜ ਹੋਈ ਹੈ, ਜ਼ੋਰ ਬਥੇਰਾ ਲਾਇਆ ਸੀ ਅਸੀਂ ਸਾਰਿਆਂ ਨੇ, ਨਾ ਕੋਈ ਉਹਨਾਂ ਦੇ ਪਾਸ ਤੋਪ ਦੇ ਵਿੱਚੋਂ ਚਲਾਇਆ ਹੋਇਆ ਗੋਲਾ ਵੀ ਨਹੀਂ ਪਹੁੰਚਿਆ ਸੀ। ਲਸ਼ਕਰ ਕੇ ਉੱਪਰ ਫਿਰ ਜਾਵੇ। ਇਹ ਤਾਂ ਸਾਡੀਆਂ ਫੌਜਾਂ ਦੇ ਉੱਪਰ ਬੜੇ ਚੱਕਰ ਕੱਟਣ ਲੱਗ ਪਈਆਂ ਸਨ। ਸਭ ਜੋਧਾ ਬਿਸਮਤ ਚਿਤ ਹੋਏ। ਦੇ ਕਰਕੇ ਜੋਧੇ ਸੂਰਮੇ ਬਨ ਦੇ ਵਿੱਚ ਬੜੇ ਹੈਰਾਨ ਹੋ ਗਏ ਸਨ। ਡਰਤ ਰਹਿਤ ਬਸ ਚਲਤ ਨ ਕੋਏ। ਇਹ ਕਰਕੇ ਇਹਨਾਂ ਦੇ ਮਨ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸੱਚੇ ਪਾਤਸ਼ਾਹ ਇੱਕ ਤਰ੍ਹਾਂ ਡਰ ਭੈ ਪੈਦਾ ਹੋ ਗਿਆ ਹੈ। ਮੈਂ ਤੁਮਰੇ ਪਰ ਕਰ ਵਿਸ਼ਵਾਸ। ਰਾਜਾ ਰਾਮ ਸਿੰਘ ਬੇਨਤੀਆਂ ਕਰਦਿਆਂ, ਸੱਚੇ ਪਾਤਸ਼ਾਹ ਮੈਂ ਤਾਂ ਹੁਣ ਇੱਕੋ ਇੱਕ ਆਪ ਦੇ ਉੱਪਰ ਹੀ ਵੱਡੀਆਂ ਵੱਡੀਆਂ ਜਿਹੜੀਆਂ ਆਸਾਂ ਮਨ ਦੇ ਅੰਦਰ ਧਾਰਨ ਕੀਤੀਆਂ ਹੋਈਆਂ ਹਨ। ਚੜ ਆਇਓ ਹੋ ਧਰ ਚਰਨਨ ਆਸ। ਤੁਹਾਡੇ ਬਚਨਾਂ ਤੇ ਯਕੀਨ ਭਰੋਸਾ ਧਾਰਨ ਕਰਦਿਆਂ ਹੋਇਆਂ ਮੈਂ ਆਪਣੀਆਂ ਫੌਜਾਂ ਵੀ ਇਹਦੇ ਉੱਪਰ ਚੜਾ ਕਰਕੇ ਲਿਆਂਦੀਆਂ ਹਨ। ਨਾਹੀਂ ਤਾਂ ਮੋਹ ਤੇ ਕਿਮ ਬਨ ਆਵੇ ਹੈ। ਨਹੀਂ ਤਾਂ ਮੇਰੇ ਮਨ ਦੇ ਵਿੱਚੋਂ ਤਾਂ ਹੌਸਲਾ ਦਲੇਰੀ ਬਿਲਕੁਲ ਪਹਿਲਾਂ ਹੀ ਖਤਮ ਹੋ ਗਈ ਸੀ ਵੀ ਉੱਥੇ ਜਾ ਕਰਕੇ ਮਰਨਾ ਹੀ ਹੈ। ਇੱਥੇ ਹੀ ਬਾਦਸ਼ਾਹ ਨੂੰ ਆਪਾਂ ਜਵਾਬ ਦੇ ਦਿੰਦੇ ਹਾਂ। ਮਾਨ ਸਿੰਘ ਜੇ ਜਹ ਪਚ ਜਾਵਹਿ। ਜਿੱਥੇ ਮੇਰੇ ਵੱਡੇ ਵੱਡੇ ਬਜ਼ੁਰਗ ਮਾਨ ਸਿੰਘ ਵਰਗੇ ਉਹਨਾਂ ਨੂੰ ਵੀ ਇਹਨਾਂ ਨੇ ਕਮਲਿਆ ਬਣਾ ਦਿੱਤਾ ਸੀ। ਕਾਰਜ ਕਰਨ ਬਨਹਿ ਅਬ ਕੈਸੇ। ਸੱਚੇ ਪਾਤਸ਼ਾਹ ਹੁਣ ਮੈਨੂੰ ਹੁਕਮ ਕਰੋ, ਇਹ ਕਾਰਜ ਕਿਸ ਢੰਗ ਤਰੀਕੇ ਦੇ ਨਾਲ ਆਪਣਾ ਪੂਰਾ ਹੋ ਸਕਦਾ ਹੈ। ਨਿਕਟ ਆਪ ਕੇ ਬੂਝਉ ਤੈਸੇ। ਮੈਂ ਤਾਂ ਆਪਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਵੱਡੇ ਵੱਡੇ ਅਹਿਲਕਾਰਾਂ ਸੂਬਿਆਂ ਦੇ ਸਮੇਤ ਚੱਲ ਕਰਕੇ ਆਇਆ ਹਾਂ। ਚਿਰੰਕਾਲ ਬੀਤਾ ਇਤ ਆਏ। ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਬੈਠਿਆਂ ਨੂੰ ਕਿਤਨਾ ਟਾਈਮ ਵੀ ਸਾਡਾ ਇਹ ਬਤੀਤ ਹੋ ਚੁੱਕਿਆ ਹੈ। ਡੇਰਾ ਬ੍ਰਹਮਪੁੱਤਰ ਤਟ ਛਾਏ। ਦੇਖੋ ਦਰਿਆ ਦੇ ਕਿਨਾਰੇ ਤੇ ਦੂਰ ਦੂਰ ਤੱਕ ਸੈਨਾ ਨੇ ਆਪੋ ਆਪਣੇ ਡੇਰੇ ਲਗਾਏ ਹੋਏ ਹਨ। ਤਿਨ ਪਰ ਜੋਰ ਪਰਿਓ ਨਹਿ ਕੋਊ। ਪਰ ਹੁਣ ਤੱਕ ਸਾਡਾ ਜਿਹੜਾ ਬਲ, ਸਾਡਾ ਜਿਹੜਾ ਜ਼ੋਰ ਕਾਮਰੂ ਦੇ ਰਾਜੇ ਦੇ ਉੱਪਰ ਕੋਈ ਵੀ ਨਹੀਂ ਪੈ ਸਕਿਆ ਹੈ। ਪ੍ਰਭ ਜੀ ਮਿਲਹਿ ਆਏ ਕਿਮ ਸੋਊ। ਪਤਾ ਨਹੀਂ ਸੱਚੇ ਪਾਤਸ਼ਾਹ ਕਿਵੇਂ ਉਹਦੇ ਉੱਪਰ ਸਾਨੂੰ ਜਿੱਤ ਫਤਿਹ ਪ੍ਰਾਪਤ ਹੋਣੀ ਹੈ। ਨਿਸ ਦਿਨ ਇਹ ਚਿੰਤਾ ਚਿਤ ਮੇਰੇ। ਮੇਰੇ ਚਿੱਤ ਦੇ ਅੰਦਰ ਤਾਂ ਰਾਤ ਦਿਨ ਬੜਾ ਇਹੋ ਜਿਹਾ ਝੋਰਾ ਪੈਦਾ ਹੀ ਹੁੰਦਾ ਰਹਿੰਦਾ ਹੈ। ਸਾਧੋਂ ਦੇਸ਼ ਉਪਾਏ ਨਾ ਹੇਰੇ। ਮੈਨੂੰ ਤਾਂ ਕੋਈ ਇਹੋ ਜਿਹਾ ਉਪਾਅ ਯਤਨ ਵੀ ਆਪਣੇ ਹਿਰਦੇ ਦੇ ਅੰਦਰ ਸੋਚਦਾ ਨਹੀਂ ਵੀ ਇਹ ਸਾਕੀ
ਕਾਮਰੋ ਦੈ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ। ਏਕ ਜਤਨ ਮੈਂ ਡਿਠ ਕਰ ਰਾਖਿਓ। ਬਸ ਇੱਕੋ ਇੱਕੋ ਪਾ ਯਤਨ, ਉਹੀ ਬਾਰ-ਬਾਰ ਮੇਰੇ ਅੰਦਰ ਵਿਚਾਰਾਂ ਪੈਦਾ ਹੋ ਰਹੀਆਂ ਹਨ। ਰਾਵਰ ਚਰਨ ਸ਼ਰਨ ਅਭਿਲਾਖਿਓ। ਮੈਂ ਤਾਂ ਇੱਕੋ ਇੱਕ ਆਪ ਦੇ ਚਰਨਾਂ ਦਾ ਹੀ ਓਟ ਆਸਰਾ ਮਨ ਦੇ ਅੰਦਰ ਸਦਾ ਦੇ ਲਈ ਧਾਰਨ ਕੀਤਾ ਹੋਇਆ ਵੀ ਸਤਿਗੁਰੂ ਜੀ ਦੀ ਮੌਜ ਹੈ। ਚਾਹੇ ਮੈਨੂੰ ਮਾਰ ਦੇਣ, ਚਾਹੇ ਇੱਥੇ ਲਿਆ ਕੇ ਫਿਰ ਜੀਵਾ ਵੀ ਸਕਦੇ ਹਨ। ਬਾਹੇ ਗਹੇ ਕੀ ਲਾਜ ਵਿਚਾਰੋ। ਆਪ ਨੇ ਜੋ ਮੇਰੀ ਬਾਹ ਪਕੜੀ ਹੈ ਸੱਚੇ ਪਾਤਸ਼ਾਹ, ਇਸ ਦੀ ਲਾਜ ਵੀ ਆਪ ਹੀ ਰੱਖਣ ਵਾਲੇ ਹੋ। ਚਿੰਤਾ ਸਲਤਾ ਪਾਰ ਉਤਾਰੋ। ਆਪ ਨੇ ਹੀ ਮੇਰੀ ਬਾਹ ਪਕੜ ਕੇ ਚਿੰਤਾ ਰੂਪੀ ਨਦੀ ਤੋਂ ਪਾਰ ਲੰਘਾਉਣਾ ਹੈ। ਸੁਨ ਕਰ ਸਤਿਗੁਰ ਨਿਰਪ ਬਚ ਭੀਰ। ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਇਹ ਤਾਂ ਵਿਚਾਰਾ ਬੜਾ ਡਰ ਗਿਆ, ਇਹ ਤਾਂ ਕੈਰ ਬੁਝ ਦਿਲਾਂ ਦੇ ਸਮਾਨ ਬਣ ਚੁੱਕਿਆ ਹੈ। ਸ੍ਰੀ ਮੁਖ ਤੇ ਕਹਿ ਦੀਨ ਸਤੀਰ। ਸਤਿਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਨੇ ਬੜੇ ਹੋ ਜਿਹੇ ਬਚਨ ਇਹਦੇ ਅੰਦਰ ਧੀਰਜ ਹੌਸਲਾ ਪੈਦਾ ਕਰਨ ਦੇ ਲਈ ਕੀਤਾ ਸਨ। ਦੋਹਰਾ ਬਿਸ਼ਨ ਸਿੰਘ ਤੇ ਸੁਨ ਗੁਰੂ ਸ੍ਰੀ ਮੁਖ ਤੇ ਫਰਮਾਏ। ਜਦੋਂ ਰਾਜਾ ਰਾਮ ਸਿੰਘ ਦੀ ਚਿੰਤਾ ਜੋ ਵੀ ਉਹਦੇ ਮਨ ਦੇ ਅੰਦਰ ਬਹੁਤ ਵੱਡਾ ਫਿਕਰ ਵੀ ਪੈਦਾ ਹੋ ਚੁੱਕਿਆ ਸੀ। ਮਤ ਚਿੰਤਾ ਚਿਤ ਕੀਜੀਏ ਹੋਏ ਰਘਬੀਰ ਸਹਾਏ। ਸਤਿਗੁਰੂ ਜੀ ਕਹਿਣ ਲੱਗੇ ਰਾਜਨ ਮਨ ਦੇ ਵਿੱਚ ਤੂੰ ਚਿੰਤਾ ਨਾ ਕਰ, ਕਦੇ ਨਾ ਕਦੇ ਤੇਰੇ ਉੱਪਰ ਭਗਵਾਨ ਦੀ ਕਿਰਪਾ ਜ਼ਰੂਰ ਹੋ ਜਾਣੀ ਹੈ। ਚਉਪਈ ਨਹੀਂ ਮਾਨ ਤੇ ਜੋ ਬਨ ਆਇਓ। ਜਿਹੜਾ ਬਹੁਤ ਵੱਡਾ ਮਹਾਨ ਕਾਰਜ ਤੇਰੇ ਦਾਦੇ ਪੜਦਾਦੇ ਵੀ ਨਹੀਂ ਪੂਰਾ ਕਰ ਸਕੇ ਹਨ। ਮਹਾ ਕਠਨ ਹੈ ਤੋਹੇ ਬਤਾਇਓ। ਬਾਦਸ਼ਾਹ ਔਰੰਗਜ਼ੇਬ ਨੇ ਕਾਰਜ ਹੀ ਇਹੋ ਜਿਹਾ ਬਹੁਤ ਵੱਡਾ ਮੁਸ਼ਕਲ ਬੜਾ ਔਖਾ ਤੇਰੇ ਸਾਹਮਣੇ ਰੱਖ ਦਿੱਤਾ ਹੈ। ਸੋ ਕਾਰਜ ਤੂੰ ਕਰਹਿ ਬਨਾਏ। ਪਰ ਇਤਨਾ ਜਿਹੜਾ ਮੁਸ਼ਕਲ ਤੋਂ ਮੁਸ਼ਕਲ ਔਖੇ ਤੋਂ ਔਖਾ ਜਿਹੜਾ ਕਾਰਜ ਤੇਰੇ ਵੱਡੇ ਵੱਡੇ ਬਜ਼ੁਰਗ ਉਹ ਵੀ ਅੱਧ ਵਿਚਕਾਰ ਹੀ ਛੱਡ ਗਏ ਹਨ, ਉਹ ਕਾਰਜ ਦੀ ਵਡਿਆਈ ਤੈਨੂੰ ਪ੍ਰਾਪਤ ਹੋਣੀ ਹੈ। ਵਿਜੈ ਕਾਮਰੂ ਕੀ ਹੋਏ ਜਾਏ। ਕਾਮਰੂ ਦੇ ਉੱਪਰ ਤੇਰੀ ਜ਼ਰੂਰ ਫਤਿਹ ਹੋ ਜਾਵੇਗੀ। ਸ੍ਰੀ ਨਾਨਕ ਕੋ ਮਹਿਦ ਪ੍ਰਤਾਪੂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਿਤਨਾ ਵੱਡਾ ਤੇਜ ਪ੍ਰਤਾਪ, ਜਿਨ੍ਹਾਂ ਦੇ ਅੱਗੇ ਕੋਈ ਵੱਡੇ ਵੱਡੇ ਰਾਜੇ ਮਹਾਰਾਜੇ ਪੀਰ ਫਕੀਰ ਵੀ ਨਹੀਂ ਅੜ ਸਕੇ ਸਨ। ਤਿਸ ਤੇ ਜਸ ਲੈ ਹੈ ਬਹੁ ਆਪੂ। ਤੈਨੂੰ ਦੁਨੀਆ ਦੇ ਵਿੱਚ ਬੜੀ ਵਡਿਆਈ ਬੜਾ ਜਸ ਵੀ ਪ੍ਰਾਪਤ ਹੋ ਜਾਣਾ ਜਦੋਂ ਕਾਮਰੂ ਦੇ ਉੱਪਰ ਫਤਿਹ ਪ੍ਰਾਪਤ ਹੋ ਜਾਏਗੀ। ਸੁਖ ਕੇ ਸਹਿਤ ਸਦਨ ਮਹਿ ਮਿਲ ਹੈ। ਮਹਾਰਾਜ ਕਹਿਣ ਲੱਗੇ ਵੀ ਕੋਈ ਤੂੰ ਮਨ ਦੇ ਵਿੱਚ ਹੋ ਜੀ ਚਿੰਤਾ ਨਾ ਧਾਰਨ ਕਰ, ਤੈਂ ਬੜੇ ਸੁੱਖਾਂ ਦੇ ਸਮੇਤ ਦੁਬਾਰਾ ਆਪਣੇ ਪਰਿਵਾਰ ਨੂੰ ਵੀ ਜਾ ਕਰਕੇ ਮਿਲ ਲੈਣਾ ਹੈ। ਰਹਿ ਕੇਤਕ ਦਿਨ ਮਹਿ ਪੁੰਨ ਚੱਲ ਹੈ। ਆਪਾਂ ਥੋੜੇ ਦਿਨਾਂ ਤੋਂ ਬਾਅਦ ਸਾਰਿਆਂ ਨੇ ਵਾਪਸ ਉਸੇ ਤਰ੍ਹਾਂ ਪੰਜਾਬ ਦੇ ਵੱਲ ਮੁੜ ਜਾਣਾ ਹੈ। ਅਬ ਕੇ ਇਸਤਰੀ ਟੰਮ ਨਹਾਰੀ। ਸਤਿਗੁਰੂ ਜੀ ਨੇ ਜਦੋਂ ਇਹਦੇ ਮਨ ਦਾ ਡਰ ਪੈ ਦੇਖਿਆ ਉਸ ਸਮੇਂ ਕਹਿਣ ਲੱਗੇ ਵੀ ਇਉਂ ਕਰੀ, ਜਦੋਂ ਵੀ ਕੋਈ ਇਸਤਰੀ ਨਾ ਆਕਾਸ਼ ਦੇ ਵਿੱਚ ਚੱਕਰ ਕੱਟਣ ਵਾਸਤੇ ਤੁਹਾਡੇ ਪਾਸ ਪਹੁੰਚ ਜਾਵੇਗੀ। ਜਬ ਆਵੇਂ ਲਸ਼ਕਰ ਦਿਸ ਸਾਰੀ। ਜਦੋਂ ਵੀ ਉਹਨਾਂ ਨੇ ਫੌਜ ਨੂੰ ਡਰਾਉਣ ਵਾਸਤੇ ਵੱਡੇ ਵੱਡੇ ਜਿਹੜੇ ਚੱਕਰ ਆਕਾਸ਼ ਦੇ ਵਿੱਚ ਲਗਾਉਣੇ ਹਨ। ਤਤ ਛਿਨ ਸੁਧ ਹਮ ਨਿਕਟ ਪਹੁੰਚਾਵਹੋ। ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੇ ਆਉਣ ਦੀ ਜਿਹੜੀ ਖਬਰ ਉਸੇ ਵਾਸਤੇ ਸਾਡੇ ਪਾਸ ਪਹੁੰਚਾ ਦੇਣੀ ਹੈ। ਬੇਗ ਤੁਰੰਗ ਸਊਰ ਚੜਾਵੋ। ਜਦੋਂ ਵੀ ਕੋਈ ਵੀ ਇਸਤਰੀ ਚਾਹੇ ਕੰਧ ਤੇ ਚਾਹੇ ਬਿਰਸ਼ ਤੇ ਚੜ ਕਰਕੇ ਆ ਗਈ ਨਾ ਫੌਜਾਂ ਦੇ ਉੱਪਰ, ਉਸੇ ਵਾਸਤੇ ਕਸੂਰਮਾ ਤੈ ਸਾਡੇ ਪਾਸ ਪੈ ਦੇਣਾ ਹੈ। ਹਮ ਦੇਖੇ ਹੈ ਪੁੰਨ ਸ਼ਕਤ ਨਾ ਰਹੇ। ਸਤਿਗੁਰੂ ਜੀ ਕਹਿ ਲਗੇ ਇੱਕ ਵਾਰੀ ਬਸ ਦੇਖਣ ਦੀ ਦੇਰ ਹੈ, ਉਸੇ ਬਾਤ ਉਹਨਾਂ ਦੇ ਵੱਡੇ ਵੱਡੇ ਮੰਤਰਾਂ ਦੀਆਂ ਜਿਹੜੀਆਂ ਸ਼ਕਤੀਆਂ ਜਿਹੜੀਆਂ ਤਾਕਤਾਂ ਖਤਮ ਹੋ ਜਾਣੀਆਂ ਹਨ। ਦਰਅਸਲ ਗੁਰੂ ਪੀਰਾਂ ਔਰ ਆਮ
ਮਨੁੱਖਾਂ ਦੇ ਵਿੱਚ ਫਰਕ ਇਹੀ ਹੈ, ਜਿਸਮ ਤਾਂ ਭਾਵੇਂ ਸਾਰਿਆਂ ਨੇ ਹੀ ਪੰਜਾਂ ਤੱਤਾਂ ਦੇ ਧਾਰਨ ਕੀਤੇ ਹੋਏ ਹਨ, ਪਰ ਜਿਹੜਾ ਕੋਈ ਆਮ ਦੁਨਿਆਵੀ ਅਮੀਰ ਹੈ, ਧਨਾਢ ਹੈ, ਸ਼ਾਹੂਕਾਰ ਹੈ, ਕੋਈ ਵੀ ਆ ਜਿਹੜਾ ਇੱਕ ਪਤੰਗ ਆਕਾਸ਼ ਦੇ ਵਿੱਚ ਉੱਡਦਾ ਹੋਇਆ, ਉਹਦਾ ਭਾਰ ਕੋਈ 1 ਗ੍ਰਾਮ ਤੋਂ ਘੱਟ ਹੀ ਹੁੰਦਾ ਹੋਏਗਾ, ਉਸ ਉੱਡਦੇ ਹੋਏ ਪਤੰਗ ਨੂੰ ਵੀ ਥੱਲੇ ਨਹੀਂ ਗੈਰ ਸਕਦਾ। ਪਰ ਸਤਿਗੁਰੂ ਜੀ ਨੇ ਜਦੋਂ ਦ੍ਰਿਸ਼ਟੀ ਪਾਉਣੀ ਹੈ, ਮਹਾਰਾਜ ਦੇ ਵੱਡੇ ਵੱਡੇ ਦਰਖਤ ਇਸਤਰੀਆਂ ਦੇ ਸਮੇਤ ਧਰਤੀ ਦੇ ਉੱਪਰ ਗਿਰਾ ਦਿੱਤੇ ਸਨ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਵੀ ਇਉਂ ਕਰੀ, ਜਦੋਂ ਵੀ ਕਿਤੇ ਇਸਤਰੀਆਂ ਨੇ ਡਰਾਉਣ ਵਾਸਤੇ ਤੇਰੀਆਂ ਫੌਜਾਂ 'ਤੇ ਆਉਣਾ, ਉਸੇ ਵਾਸਤੇ ਇੱਕ ਯੋਧਾ ਸੂਰਮਾ ਤੈ ਸਾਡੇ ਪਾਸ ਪੈ ਦੇਣਾ ਹੈ। ਛੂਛੀ ਹੋਏ ਤਿਸੀ ਥਲ ਬਹਿ। ਸਤਿਗੁਰੂ ਜੀ ਕਹਿਣ ਲੱਗੇ ਦ੍ਰਿਸ਼ਟੀ ਪੈਣ ਦੀ ਦੇਰ ਹੈ, ਉਸੇ ਵਾਸਤੇ ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦੀਆਂ ਤਾਕਤਾਂ, ਮੰਤਰਾਂ ਦੀਆਂ ਸਾਰੀਆਂ ਖਤਮ ਹੋ ਜਾਣੀਆਂ ਹਨ। ਹਿਰਦੈ ਸੰਦਹਿ ਨਾ ਕੀਜਹਿ ਕਦਾ। ਕਦੇ ਵੀ ਤੈਂ ਜਿੱਤ ਹੋਣ ਦੇ ਵਿੱਚ ਕੋਈ ਵੀ ਇਹੋ ਜਿਹਾ ਭਰਮ, ਇਹੋ ਜਿਹਾ ਸ਼ੰਕਾ ਆਪਣੇ ਮਨ ਦੇ ਅੰਦਰ ਨਹੀਂ ਧਾਰਨ ਕਰਨਾ ਹੈ। ਤਰਹੁ ਆਨੰਦ ਬਿਲੰਦੈ ਸਦਾ। ਤੈਨੂੰ ਤਾਂ ਬੜੇ ਆਨੰਦ, ਬੜੇ ਸੁੱਖ ਸਦਾ ਦੇ ਲਈ ਪ੍ਰਾਪਤ ਹੋ ਜਾਣੇ ਹਨ। ਸੁਨ ਸਤਿਗੁਰ ਕੇ ਬਾਕ ਸੁਹਾਏ। ਜਦੋਂ ਰਾਜਾ ਰਾਮ ਸਿੰਘ ਨੇ ਇਹੋ ਜਿਹੇ ਬੜੇ ਸੋਹਣੇ ਧੀਰਜ ਵਾਲੇ ਬਚਨ ਸਤਿਗੁਰੂ ਜੀ ਦੀ ਰਸਨਾ ਤੋਂ ਸੁਣ ਲਏ ਹਨ। ਬਹਿਓ ਪ੍ਰਵਾਹ ਤਰੀ ਜਨ ਪਾਏ। ਇਹੋ ਜੀ ਰਾਜੇ ਦੀ ਹਾਲਤ ਹੋ ਗਈ ਵੀ ਜਿਵੇਂ ਕਿਸੇ ਨੂੰ ਦਰਿਆ ਦੇ ਵਿੱਚ ਗੋਤੇ ਖਾਂਦਿਆਂ ਅਚਾਨਕ ਬਹੁਤ ਵੱਡੀ ਬੇੜੀ ਮਿਲ ਜਾਏ, ਉਹਦੇ ਮਨ ਦੇ ਵਿੱਚ ਵੀ ਬੜੀਆਂ ਖੁਸ਼ੀਆਂ ਤੇ ਬੜੇ ਚਾਅ ਪੈਦਾ ਹੋ ਜਾਂਦੇ ਹਨ। ਹਰਖ ਭਰਿਓ ਔਰ ਭੂਪ ਉਦਾਰੇ। ਉਸ ਵਕਤ ਰਾਜੇ ਦੇ ਮਨ ਦੇ ਅੰਦਰ ਬੜੀ ਦਲੇਰੀ, ਬੜਾ ਉਤਸ਼ਾਹ ਵੀ ਪੈਦਾ ਹੋ ਗਿਆ ਸੀ। ਮਨੋਂ ਕਲਪ ਤਰ ਲਹਿਓ ਸੁਖਾਰੇ। ਇਹਨੂੰ ਪ੍ਰਤੀਤ ਹੋਣ ਲੱਗ ਪਿਆ ਵੀ ਜਿਵੇਂ ਕਿਸੇ ਗਰੀਬ ਕੰਗਲੇ ਨੂੰ ਘਰ ਦੇ ਵਿੱਚ ਕਲਪ ਬ੍ਰਿਸ਼ ਪ੍ਰਾਪਤ ਹੋ ਜਾਂਦਾ ਹੈ। ਜਗ ਮਹਿ ਸੋ ਜਸ ਮੋਹਿ ਹਵੈ ਐਸੇ। ਰਾਜਾ ਸੋਚਣ ਲੱਗਿਆ ਵੀ ਇਹੋ ਜਿਹੀ ਵਡਿਆਈ, ਇਹੋ ਜਿਹਾ ਜਸ ਸਤਿਗੁਰੂ ਜੀ ਨੇ ਮੈਨੂੰ ਇਸ ਦੁਨੀਆ ਦੇ ਵਿੱਚ ਬਖਸ਼ ਦੇਣਾ ਹੈ। ਭੂਪਤ ਮਾਨ ਨਾ ਪਾਇਓ ਜੈਸੇ। ਜਿਹੜਾ ਮਾਨ ਸਤਿਕਾਰ ਵੱਡੇ ਵੱਡੇ ਯੋਧੇ ਸੂਰਮੇ ਰਾਜੇ ਮਾਨ ਸਿੰਘ ਜੈਸੇ ਵੀ ਨਹੀਂ ਪ੍ਰਾਪਤ ਕਰ ਸਕੇ ਹਨ। ਹਾਥ ਜੋਰ ਕਰ ਪੱਗ ਪਰ ਨਮੋ। ਇਹ ਬਚਨ ਸੁਣ ਕੇ ਰਾਜਾ ਬਾਰ-ਬਾਰ ਮਹਾਰਾਜ ਦੇ ਅੱਗੇ ਮੱਥਾ ਟੇਕਣ ਲੱਗ ਪਿਆ ਸੀ। ਆਏ ਸਪਾਏ ਗਇਓ ਤੇ ਸਮੋ। ਮਹਾਰਾਜ ਦੀ ਆਗਿਆ ਪਾ ਕਰਕੇ ਰਾਜਾ ਆਪਣੇ ਡੇਰੇ ਦੇ ਵਿੱਚ ਚਲਿਆ ਗਿਆ ਸੀ। ਸਭ ਲਸ਼ਕਰ ਕੋ ਧੀਰਜ ਦੀਨਾ। ਜਾ ਕਰਕੇ ਆਪਣੀਆਂ ਫੌਜਾਂ, ਆਪਣੇ ਜਵਾਨ ਸਿਪਾਹੀਆਂ ਨੂੰ ਵੀ ਬੜਾ ਧੀਰਜ, ਬੜਾ ਦਿਲਾਸਾ ਬੁਝਾ ਦਿੱਤਾ ਸੀ। ਰਹੋ ਸੁਚੇਤ ਤਰਾਸ ਕਰ ਛੀਨਾ। ਕਹਿ ਲੱਗਿਆ ਵੀ ਮਨ ਦੇ ਵਿੱਚੋਂ ਡਰ ਪੈ ਦੌਰ ਕਰਕੇ ਸਾਰਿਆਂ ਨੇ ਬੜੇ ਸਾਵਧਾਨ ਬਣ ਕਰਕੇ ਰਹਿਣਾ ਹੈ। ਇਸਤਰੀ ਜਬ ਆਵੈ ਤਬ ਦੇਖੋ। ਜਦੋਂ ਵੀ ਆਕਾਸ਼ ਦੇ ਵਿੱਚ ਉੜਦੀਆਂ ਹੋਈਆਂ ਇਸਤਰੀਆਂ ਤੁਹਾਡੀ ਨਿਗਾਹ ਦੇ ਵਿੱਚ ਨਾ ਸਾਹਮਣੇ ਆ ਜਾਣੀਆਂ ਹਨ। ਤਾਤ ਕਾਲ ਸੁਧ ਦੇਹੋ ਪਰੇਖੋ। ਚੰਗੀ ਤਰ੍ਹਾਂ ਪਹਿਲਾਂ ਉਹਨਾਂ ਦੀ ਪਰਖ ਕਰਕੇ ਫਿਰ ਆਪਾਂ ਨੇ ਖਬਰ ਸਤਿਗੁਰੂ ਜੀ ਦੇ ਪਾਸ ਭੇਜ ਦੇਣੀ ਹੈ। ਗਹਿ ਤਿਨੋਂ ਕੋ ਜਾਨ ਨਾ ਦਹਿ। ਆਪਾਂ ਉਹਨਾਂ ਇਸਤਰੀਆਂ ਨੂੰ ਪਕੜ ਕਰਕੇ ਦੁਬਾਰਾ ਕਾਮਰੂ ਦੇ ਵੱਲ ਨਹੀਂ ਜਾਣ ਦੇਵਾਂਗੇ। ਬਹੁਰ ਕਾਮਰੂ ਪਤ ਫਲ ਪੈ ਹੈ। ਫਿਰ ਕਾਮਰੂ ਦੇ ਰਾਜੇ ਨੂੰ ਇਹਨਾਂ ਜੰਤਰਾਂ ਮੰਤਰਾਂ ਦਾ ਫਲ ਪ੍ਰਾਪਤ ਹੋਊ। ਜਦੋਂ ਉਹਦੀਆਂ ਇਸਤਰੀਆਂ ਪਕੜ ਕਰਕੇ ਆਪਾਂ ਨੇ ਕੈਦ ਕਰ ਲੈਣੀਆਂ ਹਨ। ਇਮ ਭੂਪਤ ਕੀਨਸ ਤਕਰਾਈ। ਰਾਜੇ ਨੇ ਆਪਣੀਆਂ ਫੌਜਾਂ ਦੇ ਵਿੱਚ ਚਾਰੇ ਪਾਸੇ ਬੜੀ ਤਕੜਾਈ ਕਰ ਦਿੱਤੀ ਸੀ। ਏਕ ਜਾਮਨੀ ਜਬਹਿ ਬਿਤਾਈ। ਜਦੋਂ ਇੱਕ ਪੈ ਰਾਤ ਬਤੀਤ ਹੋ ਗਈ ਹੈ। ਭਈ ਪ੍ਰਭਾਤ ਚਮੂ ਪਟ ਜਾਗੇ। ਉਹ ਬਟਾਲੇ ਦੇ ਨਾਲ ਯੋਧੇ ਸੂਰਮੇ ਉਹ ਵੀ ਆਪੋ ਆਪਣੇ ਵੱਡੇ ਵੱਡੇ
ਤੰਬੂਆਂ ਦੇ ਵਿੱਚ ਸਾਵਧਾਨ ਹੋ ਗਏ ਹਨ। ਤਿੰਨ ਇਸਤਰੀਨ ਕੋ ਖੋਜਣ ਲਾਗੇ। ਉਹਨਾਂ ਇਸਤਰੀਆਂ ਦੇ ਵੱਲ ਸਾਰੇ ਜਿਹੜੇ ਜਵਾਨ ਸਿਪਾਹੀ ਬਾਰ-ਬਾਰ ਦੇਖਣ ਲੱਗ ਪਏ ਹਨ। ਜਿਸ ਦਿਸ਼ ਤੇ ਆਵਤ ਤਿਤ ਹਿਰੈ। ਜਿਹੜੀ ਦਿਸ਼ਾ ਦੇ ਵਿੱਚੋਂ ਪਹਿਲੇ ਦਿਨ ਉਹ ਵਾਲਾ ਬਹੁਤ ਸਾਰੀਆਂ ਚੱਲ ਕਰਕੇ ਆਈਆਂ ਸਨ। ਹੁਣ ਨਿਗਾਹ ਸਾਰਿਆਂ ਦੀ ਉਸ ਬਾਹੀ ਦੇ ਵੱਲ ਵੀ ਲੱਗ ਚੁੱਕੀ ਹੈ। ਭਏ ਸੁਚੇਤ ਪਰਸ ਪਰ ਟੇਰੈ। ਬੜੇ ਸਾਵਧਾਨ ਸੁਚੇਤ ਹੋ ਕਰਕੇ ਇੱਕ ਦੂਜੇ ਨੂੰ ਪ੍ਰੇਰਣਾ ਵੀ ਦੇ ਰਹੇ ਹਨ। ਅਬ ਕੇ ਗਹਿ ਲੇਵੈ ਤਿਨ ਕਾਮਨ। ਵੀ ਸਤਿਗੁਰੂ ਜੀ ਦੀ ਹੁਣ ਕਿਰਪਾ ਹੋ ਗਈ। ਜਿਹੜੀ ਵੀ ਇਸਤਰੀ ਅੱਜ ਆ ਗਈ ਉਹਨਾਂ ਨੂੰ ਆਪਾਂ ਨੇ ਵਾਪਸ ਕਾਮਰੂ ਦੇ ਵੱਲ ਨਹੀਂ ਜਾਣ ਦੇਣਾ ਹੈ। ਕਰਤ ਅਨੇਕ ਰੀਤ ਜੇ ਟਾਮਨ। ਜਿਹੜੀਆਂ ਅਨੇਕ ਪ੍ਰਕਾਰ ਦੇ ਜੰਤਰ ਮੰਤਰ ਆਪਣੇ ਉੱਪਰ ਵੀ ਆ ਕਰਕੇ ਕਰਨ ਲੱਗ ਪਈਆਂ ਹਨ। ਇਤਨੇ ਮਹਿ ਆਈ ਇੱਕ ਧੋਬਨ। ਅਜੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਆਪਸ ਵਿੱਚ ਹੀ। ਉਸ ਬਾਅਦ ਇੱਕ ਧੋਬਨ ਆਕਾਸ਼ ਦੇ ਵਿੱਚ ਉੜਦੀ ਹੋਈ ਇਹਨਾਂ ਦੇ ਸਾਹਮਣੇ ਆ ਗਈ ਹੈ। ਤਰਵਰ ਚੜੀ ਚੜਿਓ ਤਨ ਜੋਬਨ। ਜਿਹਦੇ ਸਰੀਰ ਦੇ ਉੱਪਰ ਜਵਾਨੀ ਵੀ ਹੈ। ਬਹੁਤ ਵੱਡੇ ਦਰਖਤ ਦੇ ਉੱਪਰ ਚੜ੍ਹ ਕਰਕੇ ਫੌਜਾਂ ਦੇ ਉੱਪਰ ਉਸ ਸਮੇਂ ਚੱਕਰ ਲਗਾਉਣ ਲੱਗ ਪਈ ਸੀ। ਤਤ ਛਿਨ ਇੱਕ ਚੜਾਏ ਅਸਵਾਰ। ਉਸ ਵਕਤ ਇੱਕ ਜਿਹੜਾ ਘੋੜਾ ਸਵਾਰ ਇਹਨਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਵੱਲ ਭੇਜ ਦਿੱਤਾ ਸੀ। ਤੁਰੰਗ ਧਵਾਏ ਬੇਗ ਵੱਡ ਧਾਰ। ਇਹ ਜਿਹੜਾ ਜਵਾਨ ਆਪਣੇ ਘੋੜੇ ਨੂੰ ਬਹੁਤ ਜ਼ਿਆਦਾ ਤੇਜ਼ ਭਜਾਉਂਦਾ ਹੋਇਆ ਦੀਨ ਦੁਨੀਆ ਦੇ ਮਾਲਕ ਦੇ ਵੱਲ ਚੱਲ ਪਿਆ ਸੀ। ਸ੍ਰੀ ਸਤਿਗੁਰ ਕੋ ਸੁਧ ਕਰ ਦਈ। ਜਾਣ ਸਾਰੇ ਨੇ ਉਸ ਧੋਬਣ ਦੇ ਆਉਣ ਦੀ ਜਿਹੜੀ ਖਬਰ ਸਤਿਗੁਰੂ ਜੀ ਦੇ ਪਾਸ ਕਰ ਦਿੱਤੀ ਸੀ। ਸ੍ਰੀ ਪ੍ਰਭ ਪਿੱਖੋਂ ਤ੍ਰਿਆ ਜੋ ਆਈ। ਕਹਿ ਲੱਗਿਆ ਸੱਚੇ ਪਾਤਸ਼ਾਹ ਸਾਹਮਣੇ ਜਿਹੜੀ ਇਸਤਰੀ ਕਿਤਨੇ ਵੱਡੇ ਦਰਖਤ ਦੇ ਉੱਪਰ ਚੜ ਕਰਕੇ ਆ ਗਈ ਹੈ। ਨਿਕਸੇ ਵਹਿਰ ਬੰਗਲੇ ਸੁਆਮੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਸਮੇਂ ਆਪਣੇ ਉਸ ਛੋਟੇ ਜਿਹੇ ਬੰਗਲੇ ਦੇ ਵਿੱਚੋਂ ਬਾਹਰ ਚੱਲ ਕਰਕੇ ਆ ਗਏ ਸਨ। ਤਿਸ ਦਿਸ਼ ਦ੍ਰਿਸ਼ਟਤ ਅੰਤਰਜਾਮੀ। ਸਰਬੱਗ ਅੰਤਰਜਾਮੀ ਸਤਿਗੁਰੂ ਜੀ ਨੇ ਕਾਫੀ ਦੂਰੀ ਤੋਂ ਹੀ ਜਦੋਂ ਆਪਣੀ ਦ੍ਰਿਸ਼ਟੀ ਇਸ ਧੋਬਣ ਦੇ ਵੱਲ ਕੀਤੀ ਹੈ। ਜਬ ਹੈ ਡੀਠ ਸਤਿਗੁਰ ਕੀ ਪਰੀ। ਜਦੋਂ ਵੀ ਮਹਾਰਾਜ ਦੀ ਨਜ਼ਰ ਇਹਦੇ ਉੱਪਰ ਸਾਹਮਣੇ ਪੈ ਗਈ ਸੀ। ਮੰਤਰ ਸ਼ਕਤ ਤ੍ਰਿਏ ਕੀ ਸਭ ਹਰੀ। ਉਸ ਵਕਤ ਇਸ ਦੇ ਮੰਤਰਾਂ ਦੀ ਜਿਹੜੀ ਸ਼ਕਤੀ ਹੈ ਜਿਹੜੀ ਤਾਕਤ ਬਿਲਕੁਲ ਖਤਮ ਹੋ ਗਈ ਸੀ। ਨਿਸ਼ਚਲ ਤਰਵਰ ਤਿਸ ਥਲ ਭਇਓ। ਉਹਦਾ ਜਿਹੜਾ ਬਹੁਤ ਵੱਡਾ ਦਰਖਤ ਉਸੇ ਵਕਤ ਧਰਤੀ ਦੇ ਉੱਪਰ ਥੱਲੇ ਡਿੱਗ ਪਿਆ ਸੀ। ਸ਼ਕਤ ਬਹੀਨ ਉੱਡਿਓ ਨਹਿ ਗਇਓ। ਹੁਣ ਮੰਤਰਾਂ ਦੀ ਸ਼ਕਤੀ ਤੋਂ ਬਗੈਰ ਫਿਰ ਕਿਵੇਂ ਦੁਬਾਰਾ ਆਕਾਸ਼ ਦੇ ਵਿੱਚ ਉੱਡ ਸਕਦੀ ਹੈ। ਹਾਰ ਰਹੀ ਮੁਖ ਮੰਤਰ ਉਚਾਰਤ। ਇਹਨੇ ਆਪਣੇ ਵੱਲੋਂ ਬਥੇਰਾ ਮੰਤਰ ਪੜ੍ਹ ਕਰਕੇ ਦੁਬਾਰਾ ਉਸੇ ਤਰ੍ਹਾਂ ਆਕਾਸ਼ ਦੇ ਵਿੱਚ ਉੱਡਣ ਦੇ ਲਈ ਉਪਾਯਤਨ ਕੀਤੇ। ਬਾਰ-ਬਾਰ ਮੰਤਰਾਂ ਨੂੰ ਵੀ ਪੜ੍ਹਨ ਲੱਗ ਪਈ ਸੀ। ਕਛੂ ਨਾ ਹੋਤ ਤਰਾਸ ਉਰ ਧਾਰਤ। ਪਰ ਕੋਈ ਵੀ ਇਹਦੇ ਮੰਤਰਾਂ ਦੀ ਜਿਹੜੀ ਤਾਕਤ ਸ਼ਕਤੀ ਦੁਬਾਰਾ ਪੈਦਾ ਨਹੀਂ ਹੋਈ ਹੈ। ਇਤ ਉਤ ਕਰਤ ਬਿਲੋਕਨ ਬਵਰੀ। ਇਹ ਤਾਂ ਹੁਣ ਕਮਲਿਆਂ ਦੇ ਸਮਾਨ ਇੱਧਰ ਉੱਧਰ ਫੌਜਾਂ ਦੇ ਵੱਲ ਤੱਕਣ ਲੱਗ ਪਈ ਸੀ। ਨਹੀਂ ਤਜਤ ਤਰਵਰ ਸੋ ਠਵਰੀ। ਨਾ ਉਸ ਬਹੁਤ ਵੱਡੇ ਦਰਖਤ ਨੂੰ ਇਸ ਥਾਂ ਤੋਂ ਛੱਡ ਵੀ ਨਹੀਂ ਸਕਦੀ ਹੈ। ਮਹਾ ਸਿੱਧ ਕੀ ਦ੍ਰਿਸ਼ਟ ਪਰੀ ਹੈ। ਫੌਜਾਂ ਲੱਗੇ ਵੀ ਮੇਰੇ ਉੱਪਰ ਤਾਂ ਕਿਸੇ ਬਹੁਤ ਵੱਡੇ ਮਹਾਨ ਸਿੱਧ ਪੁਰਸ਼ ਦੀ ਜੀ ਨਿਗਾਹ ਪੈ ਗਈ। ਮੰਤਰਾਂ ਦੀਆਂ ਸ਼ਕਤੀਆਂ ਤਾਂ ਉਹਨੇ ਤਾਂ ਸਾਰੀਆਂ ਹੀ ਖਤਮ ਕਰ ਦਿੱਤੀਆਂ ਹਨ। ਜਿਸ ਤੇ ਮੰਤਰਨ ਸ਼ਕਤ ਹਰੀ ਹੈ। ਉਹਨਾਂ ਨੇ ਨਿਗਾਹ ਪਾ ਕੇ ਮੇਰੇ ਤਾਂ ਮੰਤਰੀ ਸਾਰੇ ਇਹਨਾਂ ਨੇ ਫੇਲ ਕਰ ਦਿੱਤੇ ਹਨ। ਬਹੁ ਲੋਕਨ ਤਬ ਧਾਏ ਧਰੀ ਹੈ। ਉਸ ਬਾਅਦ ਬਹੁਤ ਸਾਰੇ ਜੋਧੇ ਸੂਰਮੇ ਸਿਪਾਹੀ
ਇਹਨੂੰ ਪਕੜਨ ਦੇ ਲਈ ਨੇੜੇ ਚਲੇ ਗਏ ਹਨ। ਨਿਕਟ ਕਾਰਨ ਗੁਰੂ ਕਰੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ ਧੋਬਾ ਨੂੰ ਆਪਣੇ ਪਾਸ ਬੁਲਾ ਲਿਆ ਸੀ। ਗਹਿਆਨੀ ਔਰ ਅਧਿਕ ਡਰੀ ਹੈ। ਜੋਦੇ ਸਿਪਾਹੀਆਂ ਨੇ ਪਕੜ ਲਿਆ ਇਹਨੂੰ ਬਾਹਾਂ ਤੋਂ, ਦੇ ਕਰਕੇ ਇਹਦੇ ਚਿੱਤ ਦੇ ਵਿੱਚ ਵੀ ਬੜਾ ਡਰ ਪੈਦਾ ਹੋ ਗਿਆ ਸੀ। ਫੇਰ ਰੂਪ ਕੋ ਪਾਏ ਪਰੀ ਹੈ। ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਹੋ ਜਿਹਾ ਨੂਰਾਨੀ ਚਿਹਰਾ ਦੇਖਣ ਸਾਰ ਇਹਦੇ ਮਨ ਦੇ ਉੱਪਰ ਬੜਾ ਗਹਿਰਾ ਅਸਰ ਹੋ ਚੁੱਕਿਆ ਸੀ। ਮਹਾ ਪ੍ਰਤਾਪ ਆਪ ਕੋ ਹੈ। ਉਸ ਸਮੇਂ ਨੇ ਵੀ ਮਹਾਰਾਜ ਦੇ ਅੱਗੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਕਿਤਨਾ ਆਪ ਜੀ ਦਾ ਤੇਜ ਪ੍ਰਤਾਪ, ਦ੍ਰਿਸ਼ਟੀ ਪਾਉਣ ਦੇ ਲਈ ਮੇਰੇ ਤਾਂ ਜੰਤਰ ਮੰਤਰ ਸਾਰੇ ਆਪ ਨੇ ਫੇਲ ਕਰ ਦਿੱਤੇ ਹਨ। ਜਿਹੇ ਸਮਸਰਤਾ ਕੋਏ ਨ ਲਹੈ। ਮਹਾਰਾਜ ਆਪ ਦੀ ਦੁਨੀਆ ਦੇ ਵਿੱਚ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਹੈ। ਮੈਂ ਬਿਲੋਕ ਤੁਮ ਨੀਕੇ ਜਾਣੇ। ਮਹਾਰਾਜ ਆਪ ਦਾ ਦਰਸ਼ਨ ਕਰਨ ਦੇ ਨਾਲ ਹੀ ਇਹ ਮੈਂ ਆਪਣੇ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਹੈ। ਭਏ ਵਿਸ਼ਨ ਅਵਤਾਰ ਪਛਾਨੇ। ਆਪ ਨੇ ਤਾਂ ਜੀਵਾਂ ਦੇ ਭਲੇ ਦੇ ਲਈ ਮਾਨੋ ਜਿਵੇਂ ਵਿਸ਼ਨੂੰ ਭਗਵਾਨ ਜੀ ਸਮੇਂ ਸਮੇਂ ਦੇ ਮੁਤਾਬਕ ਇਸ ਧਰਤੀ ਦੇ ਉੱਪਰ ਅਵਤਾਰ ਧਾਰਨ ਕਰਦੇ ਆਏ ਨੇ। ਮੈਨੂੰ ਵੀ ਇਉਂ ਲੱਗਦਾ ਵੀ ਜਿਵੇਂ ਵਿਸ਼ਨੂੰ ਭਗਵਾਨ ਜੀ ਨੇ ਆਪ ਜੀ ਦਾ ਇਹ ਅਵਤਾਰ ਧਾਰਨ ਕੀਤਾ ਹੈ। ਅਪਰ ਵਿਖੈ ਇਮ ਸ਼ਕਤ ਨ ਹੋਈ। ਹੋਰ ਕਿਸੇ ਸਾਧੂ ਮਹਾਤਮਾ ਜੋਗੀ ਔਰ ਮੁਨੀ ਜਨਾਂ ਦੇ ਵਿੱਚ ਤਾਂ ਕਦੇ ਵੀ ਉਹ ਜੀ ਤਾਕਤ ਸ਼ਕਤੀ ਪੈਦਾ ਨਹੀਂ ਹੋ ਸਕਦੀ ਹੈ। ਹੇਰਤ ਹਮ ਹੋ ਹਰਾਵਹਿ ਜੋਈ। ਜਿਹੜਾ ਦੇਖਣ ਸਾਰ ਸਾਡੇ ਜੰਤਰਾਂ ਮੰਤਰਾਂ ਦੇ ਬਲ ਨੂੰ ਵੀ ਹਰਾ ਸਕਦਾ ਹੈ। ਸਭ ਜਗ ਕੇ ਸਵਾਮੀ ਤੁਮ ਅਹੋ। ਤੋਬਾ ਨੇ ਬੇਨਤੀਆਂ ਕੀਤੀਆਂ, ਮਹਾਰਾਜ ਆਪ ਦਾ ਦੀਨ ਦੁਨੀਆ ਦੇ ਸੁਦਾ ਦੇ ਲਈ ਮਾਲਕ ਹੋ। ਕਾਰਨ ਕਰਨ ਸਰਬ ਨਿਰਭਉ। ਸਾਰੇ ਜਿਹੜੇ ਕਾਰਨ ਔਰ ਕਾਰਜ ਆਪ ਦੇ ਬਸ ਦੇ ਵਿੱਚ ਹੀ ਹਨ। ਕਿਮ ਸਹਾਏ ਤੁਰਕੇਸ਼ੁਰ ਭਏ। ਪਰ ਇੱਕ ਇਹ ਆਪਣੇ ਵੱਲੋਂ ਦੋਵੇਂ ਹੱਥ ਜੋੜ ਕਰਕੇ ਅਰਜ਼ ਕਰਨ ਲੱਗ ਪਈ, ਸੱਚੇ ਪਾਤਸ਼ਾਹ ਵੀ ਆਪ ਨੇ ਇਹੋ ਜਿਹੇ ਜ਼ਾਲਮ ਪਾਪੀ ਤੁਰਕ ਔਰੰਗਜ਼ੇਬ ਦੀ ਸਹਾਇਤਾ ਕਾਹਦੇ ਵਾਸਤੇ ਕਰਨ ਦੇ ਲਈ ਇਤਨਾ ਵੱਡਾ ਉਦਮ ਪੁਰਸ਼ਾਰਥ ਧਾਰਨ ਕੀਤਾ ਹੈ। ਇਸ ਰਾਜਾ ਪਰ ਚੜ ਕਰ ਆਏ। ਆਪ ਇਸ ਰਾਜੇ ਦੇ ਉੱਪਰ ਕਿਉਂ ਫੌਜਾਂ ਦੇ ਸਮੇਤ ਚੜ ਕਰਕੇ ਆਏ ਹੋ। ਹਿੰਦੁਨ ਕੀ ਰੱਖਿਆ ਕੇ ਯੋਗ। ਆਪ ਦਾ ਧਰਮ ਤਾਂ ਇਹੀ ਹੈ ਵੀ ਹਿੰਦੂਆਂ ਦੀ ਸਦਿਆ ਵਾਸਤੇ ਰੱਖਿਆ ਕਰਨੀ, ਉਹਨਾਂ ਦੇ ਧਰਮ ਦੀ ਜੋ ਪਾਲਣਾ ਕਰਨੀ ਹੈ। ਇਹ ਅਲੰਬ ਆਪ ਕੇ ਲੋਗ। ਜਿਹੜੇ ਇਸ ਧਰਤੀ ਦੇ ਉੱਪਰ ਬਸਣ ਵਾਲੇ ਲੋਕ ਉਹ ਆਪ ਦਾ ਹੀ ਸਦਾ ਵਾਸਤੇ ਓਟ ਆਸਰਾ ਦੋਵੇਂ ਲੋਕਾਂ ਦੇ ਵਿੱਚ ਹੀ ਤੱਕਦੇ ਰਹਿੰਦੇ ਹਨ। ਸੁਨ ਤੋਬਨ ਤ੍ਰੇ ਕੀ ਚਤੁਰਾਈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਲਿਆ ਵੀ ਇਹ ਬੜੀ ਚਤੁਰਾਈ ਦੇ ਨਾਲ ਸਾਡੇ ਪਾਸੇ ਉਹ ਜੀਆਂ ਗੱਲਾਂ ਬਾਤਾਂ ਕਰਨ ਲੱਗ ਪਈ ਹੈ। ਸ੍ਰੀ ਮੁਖ ਤੇ ਮੁਸਕਾਏ ਗੁਸਾਈ। ਸਤਿਗੁਰੂ ਜੀ ਨੇ ਵੀ ਆਪਣੇ ਨੂਰਾਨੀ ਚਿਹਰੇ ਤੋਂ ਮੁਸਕਰਾਉਂਦੇ ਹੋਏ ਹੋ ਜੇ ਬਚਨ ਕੀਤੇ ਸਨ। ਕਹਿਓ ਤਿਸੈ ਸਭ ਤੇ ਕਰ ਨਿਆਰੀ। ਇਸ ਨੂੰ ਅਲੱਗਾ ਬਿਠਾ ਕਰਕੇ ਸਤਿਗੁਰੂ ਜੀ ਨੇ ਬੜੇ ਪ੍ਰੇਮ ਦੇ ਨਾਲ ਸਮਝਾਉਣਾ ਸ਼ੁਰੂ ਕੀਤਾ ਸੀ। ਨ੍ਰਿਪ ਤੁਮਰੇ ਕਹੁ ਲੇਹਿ ਹਕਾਰੀ। ਮਹਾਰਾਜ ਕਹਿ ਲੱਗੇ ਵੀ ਅਸੀਂ ਤੁਹਾਡਾ ਜਿਹੜਾ ਕਾਮਰੂਦ ਦਾ ਰਾਜਾ ਉਸ ਨੂੰ ਇੱਥੇ ਬੁਲਾ ਕੇ ਦੋਵਾਂ ਦੀ ਸੰਧੀ ਕਰਵਾ ਦੇਣੀ ਹੈ। ਇਸ ਨ੍ਰਿਪ ਸੋ ਤਿਸ ਦੇਹ ਮਿਲਾਏ। ਅਸੀਂ ਕੋਈ ਉਸ ਨੂੰ ਜਿੱਤਣ ਵਾਸਤੇ ਕਾਮਰੂਦ ਦੇ ਵੱਲ ਨਹੀਂ ਚੱਲ ਕਰਕੇ ਆਇਆ ਸੀ, ਤਾਂ ਦੋਵਾਂ ਦੇ ਮਨਾਂ ਦੇ ਵਿੱਚ ਜਿਹੜਾ ਬੈਰ ਵਿਰੋਧ ਈਰਖਾ ਦਵੈਸ਼ ਭਰੀ ਹੋਈ ਹੈ ਉਸ ਨੂੰ ਵੀ ਮਨਾਂ ਦੇ ਵਿੱਚੋਂ ਦੂਰ ਕਰ ਦੇਣਾ ਹੈ। ਦਵੈ ਕੀ ਦੁਬਿਧਾ ਦੂਰ ਕਰਾਏ। ਦੋਵੇਂ ਰਾਜਿਆਂ ਦੀ ਦੁਬਿਧਾ ਹੀ ਹਿਰਦੇ ਦੇ ਅੰਦਰ ਨਾਸ ਕਰ ਦੇਣੀ ਹੈ। ਰਾਖੈ ਸਮ ਹਮ ਤਾਹੇ ਨ ਮਾਰਹਿ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਹਾਡੇ
ਕਾਮਰੂ ਦੇ ਇਲਾਕੇ ਦੇ ਨਾਲ ਕੋਈ ਅਸੀਂ ਜਿਹੜੀ ਜ਼ਬਰਦਸਤੀ ਜਾਂ ਧੱਕੇਸ਼ਾਹੀ ਨਹੀਂ ਕਰਨੀ ਹੈ। ਸਾਡੀ ਨਿਗਾਹ ਦੇ ਵਿੱਚ ਤਾਂ ਦੋਵੇਂ ਹੀ ਇੱਕੋ ਸਮਾਨ ਹਨ। ਨਿਜ ਦਾਸਨ ਕੇ ਕਾਜ ਸੁਧਾਰ ਹੈ। ਪਰ ਸਾਡਾ ਬਿਰਧ ਸੁਭਾਅ ਹੈ, ਆਪਣੇ ਸੇਵਕਾਂ ਦਾਸਾਂ ਦੇ ਕਾਰਜ ਤਾਂ ਸਦਾ ਦੇ ਲਈ ਪੂਰੇ ਕਰਨੇ ਹੀ ਪੈਂਦੇ ਹਨ। ਸੁਨ ਧੋਬਨ ਜੋਬਨ ਯੁੱਤ ਇਹਾਂ। ਜਿਹੜੀ ਧੋਬਨ ਜਦੋਂ ਇਹਨੇ ਇਹੋ ਜਿਹੇ ਪ੍ਰਵਚਨ ਸਤਿਗੁਰੂ ਜੀ ਦੇ ਆਪਣੇ ਕੰਨਾਂ ਦੇ ਨਾਲ ਵੀ ਸੁਣ ਲਏ ਹਨ। ਰਹਿ ਹੋ ਬੈਠ ਥਿਤ ਤੋਬ ਤਰ ਜਾਹਾਂ। ਸਤਿਗੁਰੂ ਜੀ ਕਹਿ ਲੱਗੇ ਵੀ ਜਿਸ ਥਾਂ ਤੇ ਤੇਰਾ ਦਰਖਤ ਡਿੱਗਿਆ ਨਾ ਧਰਤੀ ਤੇ, ਬੇਫਿਕਰ ਹੋ ਕਰਕੇ ਤੈਂ ਉੱਥੇ ਹੀ ਬੈਠ ਜਾਣਾ ਹੈ। ਸਭ ਕੁਟੰਬ ਕੋ ਲੇਹੋ ਬੁਲਾਏ। ਜਿਹੜਾ ਤੇਰਾ ਬਾਕੀ ਪਰਿਵਾਰ ਰਹਿੰਦਾ ਉਸ ਨੂੰ ਵੀ ਤੈਂ ਉਸ ਥਾਂ ਤੇ ਹੀ ਬੁਲਾ ਲੈਣਾ ਹੈ। ਬਸ ਹੋ ਸਦਾ ਨਿਜ ਗ੍ਰਹਿ ਕੋ ਪਾਏ। ਤੈਨੂੰ ਤਾਂ ਆਪਣੇ ਪਰਿਵਾਰ ਦੇ ਸਮੇਤ ਇਸ ਥਾਂ ਤੇ ਹੀ ਸਦਾ ਦੇ ਲਈ ਬਸਣਾ ਪਵੇਗਾ। ਬਸ ਹੈ ਅਪਰ ਲੋਕ ਸਮੁਦਾਏ। ਤੁਹਾਨੂੰ ਦੇ ਕਰਕੇ ਹੋਰ ਬੜੇ ਪਬਲਿਕ ਦੇ ਲੋਕਾਂ ਨੇ ਆਪੋ ਆਪਣੇ ਘਰ ਇਸ ਥਾਂ ਤੇ ਉਸਾਰ ਲੈਣੇ ਹਨ। ਤੋਹੇ ਨਾਮ ਪਰ ਗ੍ਰਾਮ ਬਸਾਏ। ਸਤਿਗੁਰੂ ਜੀ ਕਹਿ ਲੱਗ ਵੀ ਇਹ ਜਿਹੜਾ ਪਿੰਡ ਹੈ, ਜਿਹੜਾ ਨਗਰ ਤੇਰੇ ਨਾਂ ਤੇ ਹੀ ਬਸ ਜਾਣਾ ਹੈ। ਜਗ ਮੈਂ ਕੀਰਤ ਤੇਰੀ ਰਹੈ। ਤੇਰੀ ਜਿਹੜੀ ਵਡਿਆਈ, ਤੇਰੀ ਸੋਭਾ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਸਦਾ ਵਾਸਤੇ ਕਾਇਮ ਰਹਿ ਜਾਣੀ ਹੈ। ਜਬ ਲਗ ਗ੍ਰਾਮ ਬਸਤ ਥਲ ਹੈ। ਵੀ ਜਿਤਨੇ ਟਾਈਮ ਤੱਕ ਇਹ ਬਹੁਤ ਵੱਡਾ ਨਗਰ ਨਹੀਂ ਬਸ ਜਾਂਦਾ ਹੈ। ਹਮ ਬਸਾਏ ਕਰ ਗਮਨਹਿ ਆਨ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਇਸ ਦੀ ਇੱਕ ਵਾਰੀ ਮੋੜੀ ਗੱਡ ਦੇਣੀ ਹੈ। ਸਹਿਜੇ ਸਹਿਜੇ ਇਸ ਨਗਰ ਨੇ ਜਿਵੇਂ ਜਿਵੇਂ ਲੋਕਾਂ ਨੇ ਘਰ ਬਣਾ ਲੈਣੇ ਹਨ, ਬੜੀ ਤਰੱਕੀ ਹੋ ਜਾਵੇਗੀ। ਤਬ ਲਗ ਬੈਠ ਬ੍ਰਿਛ ਕੇ ਥਾਨ। ਮਹਾਰਾਜ ਨੇ ਹੁਕਮ ਕਰਤਾ ਵੀ ਉਤਨਾ ਟਾਈਮ ਤੂੰ ਆਪਣੇ ਬ੍ਰਿਛ ਦੇ ਪਾਸ ਬੈਠ ਕਰਕੇ ਹੀ ਸਮਾਂ ਬਤੀਤ ਕਰਨਾ ਹੈ। ਪਾਏ ਬਚਨ ਇਮ ਸਤਿਗੁਰ ਕੇਰਾ। ਜਦੋਂ ਧੋਬਨ ਨੂੰ ਸਤਿਗੁਰੂ ਜੀ ਨੇ ਉਹ ਜਿਹੇ ਬਚਨ ਆਪਣੇ ਮੁਖਾਰਬਿੰਦ ਤੋਂ ਕਰ ਦਿੱਤੇ ਸੀ। ਧੋਬਨ ਜਾਏ ਕਰਿਓ ਤਹਿ ਡੇਰਾ। ਉਸ ਧੋਬਨ ਨੇ ਵੀ ਆਗਿਆ ਮੰਨ ਕੇ ਉੱਥੇ ਹੀ ਆਪਣੇ ਦਰਖਤ ਦੇ ਪਾਸ ਡੇਰੇ ਲਗਾ ਲਏ ਹਨ। ਤਿਸ ਪਿੱਛੇ ਜੇਤੀ ਤ੍ਰੀਏ ਆਈ। ਉਹ ਤੋਂ ਬਾਅਦ ਜਿਹੜੀਆਂ ਵੀ ਇਸਤਰੀਆਂ ਮੰਤਰਾਂ ਦੇ ਬਲ ਦੇ ਨਾਲ ਆਕਾਸ਼ ਦੇ ਵਿੱਚ ਚੜ ਕਰਕੇ ਆਈਆਂ ਸਨ, ਗਹੀ ਧੋਬਨੀ ਦੇਖ ਪਲਾਈ। ਜਦੋਂ ਦੇਖਿਆ ਵੀ ਇਹਨਾਂ ਨੇ ਤਾਂ ਸਾਡੀ ਤੋਬਾ ਨੂੰ ਫੜ ਕਰਕੇ ਧਰਤੀ ਤੇ ਬਿਠਾ ਲਿਆ, ਔਰ ਡਰਦੀਆਂ ਹੋਈਆਂ ਸਾਰੀਆਂ ਕਾਮਰੂ ਦੇ ਵੱਲ ਮੁੜ ਗਈਆਂ ਹਨ। ਹਟ ਪਾਛੇ ਕੋ ਨਹੀਂ ਨਿਹਾਰਾ। ਇਤਨਾ ਭੈ ਉਹਨਾਂ ਦੇ ਮਨ ਦੇ ਅੰਦਰ ਧੋਬੋ ਨੂੰ ਦੇਖ ਕਰਕੇ ਪੈਦਾ ਹੋ ਗਿਆ। ਕੋਈ ਵੀ ਪਿੱਛੇ ਮੁੜ ਕਰਕੇ ਨਹੀਂ ਦੇਖਦੀ ਸੀ। ਹਮਕੋ ਗਹਿ ਤਰਾਸ ਕੋ ਧਾਰਾ। ਡਰ ਸਾਰਿਆਂ ਦੇ ਮਨਾਂ ਦੇ ਅੰਦਰ ਵੜ ਗਏ ਵੀ ਕੋਈ ਪਤਾ ਨਹੀਂ ਸਾਨੂੰ ਵੀ ਇਹ ਪਕੜ ਕਰਕੇ ਇਸੇ ਤਰ੍ਹਾਂ ਬਿਠਾ ਸਕਦੇ ਹਨ। ਵੱਡੇ ਬੇਗ ਸੋ ਨਗਰ ਪ੍ਰਵੇਸ਼ੀ। ਉਹ ਤਾਂ ਬੜੀ ਤੇਜ਼ ਰਫ਼ਤਾਰ ਦੇ ਨਾਲ ਦੌੜਦੀਆਂ ਹੋਈਆਂ ਆਪਣੇ ਨਗਰ ਦੇ ਵਿੱਚ ਪ੍ਰਵੇਸ਼ ਕਰ ਗਈਆਂ ਹਨ। ਦਈ ਭੂਪ ਕੋ ਖਬਰ ਅਸ਼ੇਸ਼ੀ। ਜਾ ਕਰਕੇ ਰਾਜੇ ਨੂੰ ਧੋਬਣ ਦੇ ਪਕੜਨ ਦੀ ਜਿਹੜੀ ਖਬਰ ਵੀ ਦੱਸ ਦਿੱਤੀ ਹੈ। ਨਿਤ ਹਮ ਜਾਤ ਡਰਾਵਤ ਸਭ ਕੋ। ਕਹਿ ਲੱਗਿਆ ਵੀ ਅੱਗੇ ਤਾਂ ਅਸੀਂ ਰੋਜ਼ਾਨਾ ਆਕਾਸ਼ ਦੇ ਵਿੱਚ ਵੱਡੇ ਵੱਡੇ ਚੱਕਰ ਲਗਾ ਕਰਕੇ ਉਹਨਾਂ ਦੀਆਂ ਫੌਜਾਂ ਨੂੰ ਬੜਾ ਡਰਾਉਣ ਔਰ ਧਮਕਾਉਣ ਦਾ ਯਤਨ ਕੀਤਾ ਸੀ। ਉੱਪਰ ਫਿਰਤ ਪਾਏ ਮਗ ਨਭ ਕੋ। ਆਕਾਸ਼ ਦੇ ਵਿੱਚ ਕਦੇ ਉਧਰ ਕਦੇ ਇੱਧਰ ਬੜੇ ਚੱਕਰ ਵੀ ਅਸੀਂ ਮੰਤਰਾਂ ਦੇ ਬਲ ਦੇ ਨਾਲ ਲਗਾ ਦਿੱਤੇ ਹਨ। ਹਮ ਤੇ ਧੋਬਨ ਗਈ ਅਗਾਰੀ। ਪਰ ਜਿਹੜੀ ਧੋਬਣ ਉਹ ਸਾਤੋਂ ਥੋੜਾ ਜਿਹਾ ਪਹਿਲਾਂ ਹੀ ਜਦੋਂ ਫੌਜਾਂ ਨੂੰ ਡਰਾਉਣ ਵਾਸਤੇ ਪਹੁੰਚੀ ਸੀ। ਸਿੱਧ ਪੁਰਖ ਕੋ ਸੁਨੀਅਤ ਭਾਰੀ। ਸਾਨੂੰ ਰਾਜੇ ਦੇ ਨਾਲ ਕੋਈ ਹੋ ਜਿਹਾ ਸਿੱਧ ਪੁਰਸ਼ ਆਇਆ ਹੋਇਆ ਉਸ ਦੇ ਬਾਰੇ ਪਤਾ ਲੱਗਿਆ ਹੈ। ਤਿੰਨ ਗਹਿ ਲੀਨ ਸ਼ਕਤ ਪਰ ਹਰ ਕੇ। ਉਹ ਸਮਾਨ ਸਿੱਧ ਪੁਰਸ਼ ਨੇ
ਆਪਣੀ ਤੋਬਾ ਨੂੰ ਪਕੜ ਕਰਕੇ ਉੱਥੇ ਬਿਠਾ ਲਿਆ ਹੈ। ਫਿਰਤ ਅਰੂਢ ਜੋ ਉਪਰ ਤਰ ਕੇ, ਜਿਹੜੀ ਬਹੁਤ ਵੱਡੇ ਦਰਖਤ ਨੂੰ ਉਡਾ ਕਰਕੇ ਲੈ ਕਰਕੇ ਗਈ ਸੀ। ਅਬ ਤੇ ਅੱਗੇ ਕੋਈ ਨਾ ਜਾਵੇ ਹੈ। ਜਿਹੜੀਆਂ ਇਹੋ ਜਿਹੀਆਂ ਇਸਤਰੀਆਂ ਮੰਤਰਾਂ ਦੇ ਕਰਨ ਵਾਲੀਆਂ, ਉਹਨਾਂ ਨੇ ਰਾਜੇ ਦੇ ਪਾਸ ਜਵਾਬ ਦੇ ਦਿੱਤਾ ਵੀ ਉਹ ਵੀ ਸਾਨੂੰ ਵੀ ਆਉਣਾ ਪਕੜ ਕਰਕੇ ਕੈਦ ਕਰ ਸਕਦੇ ਹਨ। ਜੋ ਜਾਵੇ ਨਿਜ ਕੋ ਗਹਿਵਾਵ ਹੈ। ਜਿਹੜੀ ਵੀ ਇਸਤਰੀ ਕੁਵਾਰੀ ਉਹਨਾਂ ਦੀਆਂ ਫੌਜਾਂ ਦੇ ਚਲੀ ਗਈ, ਉਹਨਾਂ ਨੇ ਫਿਰ ਹੁਣ ਵਾਪਸ ਨਹੀਂ ਮੋੜਨ ਦੇਣਾ ਹੈ। ਅਪਰ ਜਤਨ ਕੋ ਕਰੋ ਬਣਾਏ। ਰਾਜੇ ਨੂੰ ਕਹਿਣ ਲੱਗਿਆ ਵੀ ਹੁਣ ਜਿਹੜੇ ਆਪਣੇ ਮੰਤਰਾਂ ਦੇ ਵੱਲ, ਮੰਤਰਾਂ ਦੇ ਜ਼ੋਰ ਤਾਂ ਨਹੀਂ ਫੌਜਾਂ ਦੇ ਉੱਪਰ ਚੱਲਣੇ, ਹੋਰ ਕੋਈ ਨਾ ਕੋਈ ਉਪਾਅ ਯਤਨ ਰਾਜੇ ਨੂੰ ਜਿੱਤਣ ਦਾ ਕਰਨਾ ਪੈਣਾ ਹੈ। ਨਾਹੀਂ ਤਾਂ ਆਪ ਪਰਾਜੈ ਪਾਏ। ਨਹੀਂ ਤਾਂ ਫਿਰ ਤੁਹਾਡੇ ਉੱਪਰ ਰਾਜੇ ਨੇ ਜਿੱਤ ਪ੍ਰਾਪਤ ਕਰ ਲੈਣੀ ਹੈ। ਸੁਨ ਰਾਜਾ ਮਨ ਮਾਹੇ ਵਿਚਾਰੇ। ਸੁਣ ਕਰਕੇ ਕਾਮਰੂ ਦਾ ਰਾਜਾ ਇਹ ਵੀ ਆਪਣੇ ਮਨ ਦੇ ਅੰਦਰ ਬੜੀਆਂ ਵਿਚਾਰਾਂ ਕਰਨ ਲੱਗ ਪਿਆ ਸੀ। ਮੰਤਰ ਕਰੇ ਮੈਂ ਬ੍ਰਿੰਦ ਅਗਾਰੇ। ਉਹ ਵੀ ਪਹਿਲਾਂ ਕਿਤਨੇ ਵੱਡੇ ਵੱਡੇ ਜਿਹੜੇ ਜ਼ੋਰ ਵਾਲੇ ਮੰਤਰ ਵੀ ਅਸੀਂ ਚਲਾ ਚੁੱਕੇ ਹਾਂ। ਹਿਤ ਨ੍ਰਿਪ ਮਾਰਨ ਕੇ ਬਹੁ ਪ੍ਰੇਰੇ। ਜਿਹੜੇ ਰਾਜਾ ਰਾਮ ਸਿੰਘ ਨੂੰ ਮਾਰਨ ਦੇ ਲਈ ਇਹਨਾਂ ਦੇ ਵੱਲੋਂ ਚਲਾਏ ਗਏ ਸਨ। ਨਹੀਂ ਸਰੇ ਕਾਰਜ ਤਬ ਮੇਰੇ। ਪਰ ਅਜੇ ਤੱਕ ਕੋਈ ਵੀ ਮੇਰਾ ਜਿਹੜਾ ਇਹ ਕਾਰਜ ਮੰਤਰਾਂ ਦੁਆਰਾ ਰਾਜੇ ਨੂੰ ਮਾਰਨ ਦਾ ਉਹ ਵੀ ਪੂਰਾ ਨਹੀਂ ਹੋ ਸਕਿਆ ਹੈ। ਮਹਾਪੁਰਖ ਹੈ ਤਿਨੋਂ ਸਹਾਏ। ਉਹਨਾਂ ਦੀ ਸਹਾਇਤਾ ਮਦਦ ਕਰਨ ਦੇ ਲਈ ਕੋਈ ਹੋ ਜਾਏ। ਮਹਾਨ ਮਹਾਪੁਰਖ ਖੁਦਾ ਦੇ ਪਿਆਰੇ ਫੌਜਾਂ ਦੇ ਵਿੱਚ ਪਹੁੰਚੇ ਹੋਏ ਹਨ। ਮੰਤਰ ਸ਼ਕਤ ਨਹਿ ਪਹੁੰਚ ਸਕਾਏ। ਹੁਣ ਸਾਡੇ ਮੰਤਰਾਂ ਦੀ ਜਿਹੜੀ ਸ਼ਕਤੀ ਹੈ, ਜਿਹੜੀ ਤਾਕਤ ਹੈ, ਕੋਈ ਵੀ ਉਹਨਾਂ ਦੇ ਪਾਸ ਪਹੁੰਚ ਨਹੀਂ ਸਕੇਗੀ। ਜੇ ਗਿਰਵਰ ਕੋ ਦੇਤ ਉਡਾਈ। ਸਾਡੇ ਮੰਤਰ ਤਾਂ ਇਹੋ ਜਿਹੇ ਸ਼ਕਤੀਆਂ ਤਾਕਤਾਂ ਵਾਲੇ ਨੇ ਵੀ ਜਿਹੜੇ ਵੱਡੇ ਵੱਡੇ ਪਹਾੜਾਂ ਨੂੰ ਵੀ ਉਡਾ ਸਕਦੇ ਹਨ। ਅਚਲ ਚਲਾਵਤ ਚਲਤ ਥਿਰਾਈ। ਜੇ ਕਿਤੇ ਸਾਡੇ ਮੰਤਰਾਂ ਦਾ ਜ਼ੋਰ ਪੈਦਾ ਹੋ ਜਾਏ, ਉਦੋਂ ਧਰਤੀ ਨੂੰ ਵੀ ਅੱਗੇ ਚਲਾ ਸਕਦੇ ਹਨ। ਜਲ ਪ੍ਰਵਾਹ ਕੋ ਰਾਖੈ ਰੋਕ। ਜਿਹੜਾ ਬੜਾ ਦਰਿਆਵਾਂ ਦਾ ਚੱਲਦਾ ਹੋਇਆ ਤੇਜ਼ ਪ੍ਰਵਾਹ, ਸਾਡੇ ਮੰਤਰ ਤਾਂ ਉਹਨੂੰ ਵੀ ਇੱਕ ਥਾਂ ਤੇ ਰੋਕ ਸਕਦੇ ਹਨ। ਤਿੰਨ ਆਗੇ ਕਿਆ ਬਪਰੇ ਲੋਕ। ਹੁਣ ਜਿਹੜੇ ਇਹੋ ਜਿਹੇ ਬੜੀਆਂ ਬੜੀਆਂ ਤਾਕਤਾਂ ਵਾਲੇ ਸਾਡੇ ਮੰਤਰ ਚਲਾਏ ਹੋਏ, ਉਹਨਾਂ ਦੇ ਅੱਗੇ ਹੋਣਾ ਮਾੜੀਆਂ ਮੋਟੀਆਂ ਫੌਜਾਂ ਕਿਵੇਂ ਸਹੀ ਸਲਾਮਤ ਟਿਕ ਸਕਦੀਆਂ ਹਨ। ਸੈਨਾ ਸਹਿਤ ਨਰੇਸ਼ੁਰ ਕਾਵਤ। ਨਹੀਂ ਤਾਂ ਹੁਣ ਤੱਕ ਰਾਜੇ ਦੇ ਸਮੇਤ ਅਸੀਂ ਤਾਂ ਸਾਰੀਆਂ ਫੌਜਾਂ ਹੀ ਖਤਮ ਕਰ ਦੇਣੀਆਂ ਸਨ ਜੇ ਕਿਤੇ ਸਾਡੇ ਚਲਾਏ ਹੋਏ ਮੰਤਰ ਇਹਨਾਂ ਦੇ ਉੱਪਰ ਪੂਰੇ ਹੋ ਜਾਂਦੇ। ਕੋਈ ਵੀ ਇਹਨਾਂ ਦੇ ਵਿੱਚੋਂ ਜਿਉਂਦਾ ਨਹੀਂ ਬਚਣਾ ਸੀ। ਜਤਨ ਸਮੇਤ ਨਾ ਬਚਵੇ ਪਾਵਤ। ਆਪਣੇ ਵੱਲੋਂ ਭਾਵੇਂ ਇਹ ਜਿਤਨੇ ਮਰਜ਼ੀ ਉਪਾਅ ਯਤਨ ਕਰੀ ਜਾਂਦੇ, ਪਰ ਸਾਡੇ ਮੰਤਰਾਂ ਦੇ ਅੱਗੇ ਇਹਨਾਂ ਦਾ ਕੋਈ ਵੀ ਜ਼ੋਰ ਨਹੀਂ ਚੱਲਣਾ ਸੀ। ਰਾਜੇ ਦੇ ਸਮੇਤ ਸਾਰੀਆਂ ਫੌਜਾਂ ਪਤਾ ਨਹੀਂ ਮੰਤਰਾਂ ਦੇ ਵੱਲ ਦੁਆਰਾ ਕਿੱਧਰ ਨੂੰ ਉੱਡ ਜਾਣੀਆਂ ਸਨ। ਸਭ ਨਿਸ਼ਫਲ ਹੋਏ ਇੱਕ ਵਾਰੀ। ਪਰ ਸਾਡੇ ਸਾਰੇ ਮੰਤਰ ਹੀ ਸਿੱਧ ਕੁੱਤੇ ਹੋਏ, ਇੱਕੋ ਵਾਰੀ ਇਹਨਾਂ ਨੇ ਵਿਅਰਥ ਕਰ ਦਿੱਤੇ ਹਨ। ਜਾਂ ਤੇ ਲਖੀਅਤ ਕੋ ਸਿੱਧ ਭਾਰੀ। ਇਸੇ ਕਰਕੇ ਪਤਾ ਲੱਗਦਾ ਵੀ ਕੋਈ ਫੌਜ ਦੇ ਵਿੱਚ ਕਰਾਮਾਤੀ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਸਿੱਧ ਪੁਰਸ਼ ਚੱਲ ਕਰਕੇ ਆਇਆ ਹੈ। ਅਬ ਕਾ ਮੱਖਿਆ ਕਰਹਿ ਸਹਾਏ। ਰਾਜਾ ਸੋਚਣ ਲੱਗਿਆ ਵੀ ਹੁਣ ਕਾਮਖਿਆ ਦੇਵੀ ਹੀ ਇੱਕੋ ਇੱਕ ਇਹੋ ਜਿਹੇ ਔਖੇ ਮੌਕੇ ਤੇ ਮੇਰੀ ਮਦਦ ਕਰ ਸਕਦੀ ਹੈ। ਹਾਰੇ ਕਰਤੇ ਅਪਰੋ ਪਾਏ। ਜਿਹੜੇ ਜਿਹੜੇ ਸਾਡੇ ਕੀਤੇ ਹੋਏ ਉਪਾਅ ਯਤਨ ਸਾਰੇ ਉਹਨਾਂ ਨੇ
ਨਿਸਫਲ ਕਰ ਦਿੱਤੇ ਹਨ। ਸਦਾ ਬਿਗਨ ਤੇ ਹਮਹਿ ਬਚਾਵਤ ਜੋ ਕਮਖਿਆ ਦੇਵੀ ਅਨਾਦਿ ਕਾਲ ਤੋਂ ਸਾਨੂੰ ਵੱਡੇ ਵੱਡੇ ਵਿਘਨਾਂ ਤੋਂ ਪਹਿਲਾਂ ਤੋਂ ਹੀ ਬਚਾਉਂਦੀ ਆ ਰਹੀ ਹੈ। ਹੁਣ ਜਿਸ ਪ੍ਰਕਾਰ ਰਾਜੇ ਨੇ ਕਮਖਿਆ ਦੇਵੀ ਦੀ ਮਨ ਦੇ ਅੰਦਰ ਹਾਰ ਕਰਕੇ ਆਰਾਧਨਾ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸਦਾ ਬਿਗਨ ਤੇ ਹਮਹਿ ਬਚਾਵਤ ਕਬਹੁ ਨਾ ਜੀਤਿਓ ਜੋ ਚੜ ਆਵਤ। ਸਦਾ ਬਿਗਨ ਤੇ ਹਮਹਿ ਬਚਾਵਤ ਕਬਹੁ ਨਾ ਜੀਤਿਓ ਜੋ ਚੜ ਆਵਤ। ਹੈ ਚੌਥ ਹੈ ਪਾਰ ਬ੍ਰਹਮ